ਗੁੱਡ ਮਾਰਨਿੰਗ ਸਟੂਡੈਂਟਸ। ਸਾਰਿਆਂ ਦਾ ਸਵਾਗਤ ਹੈ ਸਟੱਡੀ ਸਰਕਲ ਚੈਨਲ 'ਤੇ। ਅੱਜ ਆਪਾਂ ਡਿਸਕਸ ਕਰਾਂਗੇ EVS ਦੇ ਸੈਸ਼ਨ ਨੂੰ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਪਿਛਲੀਆਂ ਕਲਾਸਾਂ ਵਿੱਚ ਥਿਓਰੀ ਅਤੇ ਵਿੱਚੋਂ ਆਪਾਂ MCQs ਵੀ ਕਰਦੇ ਰਹੇ ਹਾਂ, ਅਤੇ ਹੁਣ ਆਪਾਂ ਇੱਕ ਪਿਛਲੀ ਕਲਾਸ ਹੋਊਗੀ ਅਤੇ ਇੱਕ ਆਹ ਕਲਾਸ ਦੇ ਵਿੱਚ ਆਪਾਂ MCQs ਕਰ ਰਹੇ ਹਾਂ। ਅਤੇ ਕਿਸੇ ਨੂੰ ਵੀ PDF ਦੀ ਲੋੜ ਹੋਵੇ ਤਾਂ 8930027749 'ਤੇ ਮੈਸੇਜ ਕਰ ਸਕਦਾ। ਮੈਂ ਤੁਹਾਨੂੰ ਨੰਬਰ ਸਕਰੀਨ 'ਤੇ ਮੈਂਸ਼ਨ ਕਰ ਸਟੂਡੈਂਟਸ, ਮੈਂ ਨੰਬਰ ਤੁਹਾਨੂੰ ਮੈਂਸ਼ਨ ਕਰਤਾ, ਤੁਸੀਂ ਸਾਰੇ ਜਣੇ ਇਸ 'ਤੇ ਮੈਸੇਜ ਕਰ ਸਕਦੇ ਹੋ। ਅਤੇ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਕਰਦੇ ਹਾਂ ਆਪਾਂ ਅੱਜ ਦੀ ਕਲਾਸ ਸਟਾਰਟ। ਸਾਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਅਨੁਸਾਰ ਮਿਲਦਾ ਰਹੇ। ਸੋ ਆਪਾਂ ਕਰਦੇ ਹਾਂ ਅੱਜ ਦੀ ਕਲਾਸ ਸਟਾਰਟ। ਸਭ ਤੋਂ ਪਹਿਲਾਂ ਆਪਾਂ ਕੀ ਦੇਖਣਾ, ਸਹੀ ਵਿਕਲਪ ਚੁਣਨਾ। ਸਹੀ ਵਿਕਲਪ ਕਿਵੇਂ ਚੁਣਨਾ? ਤੁਸੀਂ 4 ਆਨਸਰ ਦਿੱਤੇ ਹੋਣਗੇ, ਉਹਨਾਂ ਵਿੱਚ ਇੱਕ ਵਿਕਲਪ ਚੁਣਨਾ ਗਾ। ਫਸਟ ਕੁਐਸਚਨ ਕਰਦੇ ਹਾਂ ਸਟਾਰਟ। ਕੇਵਲ ਵਾਤਾਵਰਨ ਪ੍ਰਬੰਧਨ ਕੀ ਹੁੰਦਾ ਹੈ? ਨੰਬਰ 1 ਕੇਵਲ ਵਾਤਾਵਰਨ ਦਾ ਪ੍ਰਬੰਧ ਹੁੰਦਾ ਹੈ। ਨੰਬਰ 2 ਵਾਤਾਵਰਨ ਦੇ ਨਾਲ ਮਨੁੱਖ ਦਾ ਪ੍ਰਬੰਧ ਹੁੰਦਾ ਹੈ। ਨੰਬਰ 3 ਕੇਵਲ ਮਨੁੱਖ ਦਾ ਪ੍ਰਬੰਧ ਹੁੰਦਾ ਹੈ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? B, ਵਾਤਾਵਰਨ ਦੇ ਨਾਲ ਮਨੁੱਖ ਦੇ ਸੰਬੰਧਾਂ ਦਾ ਪ੍ਰਬੰਧ ਹੁੰਦਾ ਹੈ। ਨੈਕਸਟ ਕੁਐਸਚਨ, ਛੱਪੜ ਕਿਹਨਾਂ ਚੀਜ਼ਾਂ ਲਈ ਕੂੜੇਦਾਨ ਹੈ? ਸਾਰੇ ਧਿਆਨ ਦਿਓ, ਛੱਪੜ ਕਿਹਨਾਂ ਚੀਜ਼ਾਂ ਲਈ ਕੂੜੇਦਾਨ ਹੈ? ਕਿਹਨਾਂ ਚੀਜ਼ਾਂ ਲਈ ਹੈ, ਦੱਸੋ ਵੀ ਸਾਰੇ। ਫਸਟ, ਵਾਧੂ ਬਨਾਵਟੀ ਖਾਦਾਂ ਲਈ, ਕੀਟਨਾਸ਼ਕਾਂ ਲਈ, ਜਾਂ ਦੋਵੇਂ A ਅਤੇ B, ਜਾਂ ਕੋਈ ਵੀ ਨਹੀਂ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? ਦੋਵੇਂ A ਅਤੇ B। ਨੈਕਸਟ ਥਰਡ ਕੁਐਸਚਨ ਕਰਦੇ ਹਾਂ। ਵਿਕਾਸਸ਼ੀਲ ਦੇਸ਼ ਕਿਹੜਾ ਹੁੰਦਾ ਹੈ? ਸਾਰਿਆਂ ਨੂੰ ਪਤਾ ਹੈ ਕਿ ਆਪਣੇ ਭਾਰਤ ਨੂੰ ਵੀ ਵਿਕਾਸਸ਼ੀਲ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੁਣ, ਅਤੇ ਆਪਾਂ ਇਹਦੇ ਵਿੱਚ ਕਰਾਂਗੇ ਕਿ ਵਿਕਾਸਸ਼ੀਲ ਦੇਸ਼ ਕਿਹੜਾ ਹੈ। ਕਿਹੜਾ ਹੈ? ਵਿਕਾਸਸ਼ੀਲ ਲਾਉਣਾ ਬਹੁਤ ਔਖੀ ਗੱਲ ਆ ਸਟੂਡੈਂਟਸ। ਕੋਈ ਵੀ ਦੇਸ਼ ਛੇਤੀ ਕਿਤੇ ਵਿਕਾਸਸ਼ੀਲ ਆਪਣੇ ਆਪ ਨੂੰ ਕਹਿਲਾ ਨਹੀਂ ਸਕਦਾ। ਅਤੇ ਦੱਸੋ ਇਹਦਾ ਰਾਈਟ ਆਨਸਰ। ਨੰਬਰ 1 ਜੋ ਤਕਨੀਕੀ ਤੌਰ 'ਤੇ ਵਿਕਸਿਤ ਹੋਵੇ। ਨੰਬਰ 2 ਜਿਸ ਨੂੰ ਘਰੇਲੂ ਉਤਪਾਦਾਂ ਦਾ ਵਿਕਾਸ ਉੱਚਾ ਹੋਵੇ। ਨੰਬਰ 3 ਜਿਸ ਦਾ ਰਾਸ਼ਟਰੀ ਕੁੱਲ ਉਤਪਾਦ ਉੱਚਾ ਹੋਵੇ, ਜੋ ਵਿਕਾਸ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਵੇ। ਤਾਂ ਇਸ ਦਾ ਰਾਈਟ ਆਨਸਰ ਕੀ ਹੋਊਗਾ? ਜੋ ਵਿਕਾਸ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਵੇ। ਤਾਂ ਇਸ ਦਾ ਰਾਈਟ ਆਨਸਰ ਹੈ। ਨੈਕਸਟ ਆਪਾਂ ਕਰਦੇ ਹਾਂ, ਇਹਨਾਂ ਵਿੱਚੋਂ ਫੋਰਥ ਕੁਐਸਚਨ ਹੈ ਸਟੂਡੈਂਟਸ, ਇਹਨਾਂ ਵਿੱਚੋਂ ਕਿਹੜਾ ਵਾਤਾਵਰਣੀ ਪ੍ਰਬੰਧਨ ਦਾ ਪਹਿਲੂ ਨਹੀਂ ਹੈ? ਤਾਂ ਦੱਸਣਾ, ਨੈਤਿਕ ਜ਼ਿੰਮੇਵਾਰੀ, ਸਰਵ ਵਿਆਪੀ ਰਾਏ, ਰੁੱਖ ਕੱਟਣਾ, ਜਾਂ ਫਰਜ਼ ਜਗਾਉਣਾ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ? ਧਿਆਨ ਦਿਓ ਸਾਰੇ, ਇਹਦਾ ਰਾਈਟ ਆਨਸਰ ਆਊਗਾ ਰੁੱਖ ਕੱਟਣਾ। ਨੈਕਸਟ ਆਪਾਂ ਗੱਲ ਕਰਦੇ ਹਾਂ ਫਿਫਥ ਕੁਐਸਚਨ ਦੀ। CNG ਨਾਲ ਚੱਲਣ ਵਾਲੇ ਵਾਹਨ ਭਾਰਤ ਵਿੱਚ ਕਿੱਥੇ ਚੱਲਦੇ ਹਨ? ਤਾਂ ਧਿਆਨ ਦਿਓ ਸਾਰੇ, ਜਿਹੜੇ ਕਿ CNG ਨਾਲ ਚੱਲਦੇ ਆ ਵਾਹਨ, ਉਹ ਕਿੱਥੇ ਦਿਖਦੇ ਆ ਆਪਾਂ ਨੂੰ? ਭਾਰਤ ਵਿੱਚ ਕਿੱਥੇ ਦਿਖਦੇ ਆ ਸਟੂਡੈਂਟਸ? ਦੱਸੋ ਸਾਰੇ, ਤੁਹਾਡੇ ਲਈ 2 ਸੈਕਿੰਡ ਦਾ ਟਾਈਮ ਆ। ਲੁਧਿਆਣਾ, ਗੁਹਾਟੀ, ਪਟਨਾ, ਜਾਂ ਦਿੱਲੀ। ਦੱਸੋ ਸਾਰੇ, ਇਹ ਆਪਾਂ ਨੂੰ ਦਿਸਣਗੇ ਦਿੱਲੀ ਵਿੱਚ। ਰਾਈਟ ਆਨਸਰ ਸੱਸਾ। ਨੈਕਸਟ, ਵਾਤਾਵਰਨ ਸੰਬੰਧੀ ਪਹਿਲੀ ਕਾਨਫਰੰਸ ਕਿੱਥੇ ਅਤੇ ਕਦੋਂ ਹੋਈ ਸੀ? ਬਹੁਤ ਹੀ ਇੰਪੋਰਟੈਂਟ ਚੁਣ ਲਓ ਬਈ ਸਟੂਡੈਂਟਸ, ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ, ਸਟਾਰ ਲਗਾ ਲਓ। ਵਾਤਾਵਰਨ ਸੰਬੰਧੀ ਪਹਿਲੀ ਕਾਨਫਰੰਸ ਕਿੱਥੇ ਕੀਤੀ ਗਈ ਸੀ? ਸਟਾਕਹੋਮ 1972 ਵਿੱਚ, ਰੀਓ ਡੀ ਜਨੇਰੋ 1993 ਵਿੱਚ, ਜਾਪਾਨ 1995 ਵਿੱਚ, ਜਾਂ ਭਾਰਤ 1974 ਵਿੱਚ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? ਇਹ ਕੀਤੀ ਗਈ ਸੀ ਸਟਾਕਹੋਮ ਵਿੱਚ 1972 ਵਿੱਚ ਕੀਤੀ ਗਈ ਸੀ। ਨੈਕਸਟ ਕਰਦੇ ਹਾਂ 7th ਕੁਐਸਚਨ। ਭਾਰਤ ਦੇ ਹਰ ਨਾਗਰਿਕ ਦਾ ਇਹ ਫਰਜ਼ ਹੋਵੇਗਾ ਕਿ ਉਹ ਜੰਗਲਾਂ, ਝੀਲਾਂ, ਦਰਿਆਵਾਂ ਅਤੇ ਜੰਗਲੀ ਜੀਵਨ ਸਮੇਤ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਅਤੇ ਸੁਧਾਰ ਕਰੇ ਅਤੇ ਸੰਜੀਵਾਂ ਲਈ ਸਨੇਹ ਰੱਖੇ। ਇਹ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਹੈ? ਤਾਂ ਸਾਰੇ ਧਿਆਨ ਦਿਓ,
ਨੰਬਰ 1 ਧਾਰਾ 38, ਧਾਰਾ 51A ਜਾਂ ਧਾਰਾ 51 ਧਾਰਾ 48A, ਧਾਰਾ 52A। ਤਾਂ ਇਸ ਦਾ ਰਾਈਟ ਆਨਸਰ ਦੱਸਣਾ। ਇਸ ਦਾ ਰਾਈਟ ਆਨਸਰ ਕੀ ਹੈ ਸਟੂਡੈਂਟਸ? ਧਾਰਾ 51A। ਧਾਰਾ 51 ਦੇ ਵਿੱਚ ਕੀ ਦੱਸਿਆ ਗਿਆ ਹੈਗਾ ਕਿ ਜਿਹੜਾ ਵੀ ਕੋਈ ਵੀ ਭਾਰਤ ਦਾ ਨਾਗਰਿਕ ਆ ਉਹਦਾ ਕੀ ਫਰਜ਼ ਆ, ਜਿਹੜੇ ਜੰਗਲ ਦੇ ਝੀਲਾਂ ਨੇ, ਦਰਿਆ, ਜੰਗਲੀ ਜੀਵਨ ਸਮੇਤ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਕਰਨੀ ਹੈ। ਜਿਵੇਂ ਕਿ ਪੇੜ ਪੌਦੇ ਵੀ ਹੋ ਗਏ ਜੰਗਲ ਵਿੱਚ, ਦਰਿਆ ਵੀ ਹੋ ਗਏ ਜੰਗਲ ਵਿੱਚ, ਝੀਲਾਂ ਵੀ ਹੋ ਗਈਆਂ, ਸਾਰਿਆਂ ਦੀ ਕੀ ਕਰਨੀ ਆਪਾਂ? ਸੁਰੱਖਿਆ ਕਰਨੀ ਆ। ਅਤੇ ਕੀ ਕਰਨਾ? ਵਾਤਾਵਰਨ ਦੇ ਵਿੱਚ ਆਪਾਂ ਕੀ ਕਰਨਾ? ਸੁਧਾਰ ਕਰਨਾ ਗਾ। ਇਸ ਲਈ ਇਹ ਕਿਹੜੇ ਆਰਟੀਕਲ ਦੇ ਵਿੱਚ ਆ? ਇਹ ਧਾਰਾ 51 ਦੇ ਵਿੱਚ ਹੈ ਸਟੂਡੈਂਟਸ। ਧਾਰਾ ਕਿੰਨੇ ਦੇ ਵਿੱਚ ਆ? 51 ਦੇ ਵਿੱਚ ਹੈ। ਨੈਕਸਟ, ਸੰਸਾਰ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ? ਗੈਸ ਕਰੋ ਵੀ ਸਾਰੇ ਜਣੇ ਕਮੈਂਟ ਬਾਕਸ ਵਿੱਚ ਦਿਓ ਆਨਸਰ। ਸੰਸਾਰ ਭਾਰਤ ਦਿਵਸ ਕਦੋਂ ਮਨਾਇਆ ਜਾਂਦਾ ਹੈ? ਨੰਬਰ 1 27 ਮਈ ਨੂੰ, ਨੰਬਰ 2 24 ਅਪ੍ਰੈਲ ਨੂੰ, 12 ਮਾਰਚ ਨੂੰ, 5 ਜੂਨ ਨੂੰ। ਤਾਂ ਇਸ ਦਾ ਰਾਈਟ ਆਨਸਰ ਕੀ ਹੋਊਗਾ? ਭਾਰਤ ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਫਰੈਂਡਸ ਇਹ ਜਿਹੜੇ ਕੁਐਸਚਨ ਆ 5 ਜੂਨ ਨੂੰ, ਇਹ ਮੋਸਟ ਇੰਪੋਰਟੈਂਟ ਆ ਜਿਹੜੀਆਂ ਵੀ ਡੇਟਾਂ ਆਉਂਦੀਆਂ, ਕਿਉਂਕਿ ਇਹ PSTET 2024 ਦੇ ਹਿਸਾਬ ਨਾਲ ਮੋਸਟ ਇੰਪੋਰਟੈਂਟ ਕੁਐਸਚਨ ਹੈ, ਪੁੱਛੇ ਜਾਂਦੇ ਆ ਇਹ। ਅੱਗੇ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸ ਯੋਗ ਸਰੋਤ ਹੈ? ਪਾਣੀ ਅਤੇ ਹਵਾ, ਖਣਿਜ ਅਤੇ ਸਮੁੰਦਰ, ਇਮਾਰਤ ਜਾਂ ਭੂਮੀ। 9th ਕੁਐਸਚਨ ਕਰ ਰਹੇ ਹਾਂ ਆਪਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸ ਯੋਗ ਸਰੋਤ ਹੈ? ਪਾਣੀ ਅਤੇ ਹਵਾ, ਖਣਿਜ ਅਤੇ ਸਮੁੰਦਰ, ਇਮਾਰਤਾਂ ਜਾਂ ਭੂਮੀ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? ਖਣਿਜ ਅਤੇ ਸਮੁੰਦਰ ਵਿਕਾਸਯੋਗ ਸਰੋਤ ਨੇ। ਨੈਕਸਟ ਕੁਐਸਚਨ 10ਵਾਂ, ਨਾਈਟ੍ਰੋਜਨ ਦਾ ਸਿਥਰੀਕਰਨ ਵਾਲੇ ਫਲੀਦਾਰ ਪੌਦੇ ਕਿਸ ਗੱਲ ਦੇ ਬਨਸਪਤੀ ਸੂਚਕ ਹਨ? ਦੁਬਾਰੇ ਪੜ੍ਹਦੇ ਆਪਾਂ। ਨਾਈਟ੍ਰੋਜਨ ਦਾ ਸਿਥਰੀਕਰਨ ਕਰਨ ਵਾਲੇ ਫਲੀਦਾਰ ਪੌਦੇ ਕਿਸ ਗੱਲ ਦੇ ਬਨਸਪਤੀ ਸੂਚਕ ਹਨ? ਕਿਹੜੀ ਗੱਲ ਦੇ ਆ ਸਟੂਡੈਂਟਸ? ਫਸਟ, ਨਾਈਟ੍ਰੋਜਨ ਦਾ ਜ਼ਿਆਦਾ ਮਾਤਰਾ ਵਿੱਚ ਹੋਣਾ, ਨਾਈਟ੍ਰੋਜਨ ਦਾ ਘੱਟ ਮਾਤਰਾ ਵਿੱਚ ਹੋਣਾ, ਨਾਈਟ੍ਰੋਜਨ ਦਾ ਨਾ ਹੋਣਾ, ਜਾਂ ਨਾਈਟ੍ਰੋਜਨ ਦਾ ਵਿੱਚੋਂ ਕੋਈ ਨਹੀਂ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਤੁਸੀਂ ਦੱਸਣਾ ਇਹਦਾ ਰਾਈਟ ਆਨਸਰ। ਇਹਦਾ ਰਾਈਟ ਆਨਸਰ ਕੀ ਹੋਊਗਾ? ਨਾਈਟ੍ਰੋਜਨ ਦਾ ਘੱਟ ਮਾਤਰਾ ਵਿੱਚ ਹੋਣਾ ਰਾਈਟ ਆਨਸਰ। ਨੈਕਸਟ, ਭਾਰਤ ਦਾ ਇੱਕੋ ਮਾਰਕ ਚਿੰਨ੍ਹ ਕਿਹੜਾ ਹੈ? ਨੰਬਰ 1 ਕਾਗਜ਼, ਨੰਬਰ 2 ਪੌਦਾ, ਨੰਬਰ 3 ਕੱਪੜਾ, ਨੰਬਰ 4 ਮਿੱਟੀ ਦਾ ਘੜਾ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ? ਭਾਰਤ ਦਾ ਇੱਕੋ ਮਾਰਕ ਕੀ ਆ? ਮਿੱਟੀ ਦਾ ਘੜਾ। ਰਾਈਟ ਆਨਸਰ ਸੱਸਾ ਮਿੱਟੀ ਦਾ ਘੜਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਹਵਾ ਦੀ ਗੁਣਵੱਤਾ ਦਾ ਸੂਚਕ ਹੈ? ਕੀ ਦੱਸਣਾ ਆਪਾਂ ਇੱਥੇ? ਹੇਠ ਲਿਖਿਆਂ ਵਿੱਚੋਂ ਕਿਹੜਾ ਹਵਾ ਦੀ ਗੁਣਵੱਤਾ ਦਾ ਸੂਚਕ ਹੈ? ਲਾਈਕਨ, ਬੈਕਟੀਰੀਆ, ਪੌਦੇ ਜਾਂ ਜਾਨਵਰ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? ਲਾਈਕਨ। ਰਾਈਟ ਆਨਸਰ ਲਾਈਕਨ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕੋ ਮਾਰਕ ਸਕੀਮ ਦਾ ਉਦੇਸ਼ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕੋ ਮਾਰਕ ਦਾ ਉਦੇਸ਼ ਨਹੀਂ ਹੈ? ਨੰਬਰ 1 ਟਿਕਾਊ ਸਾਧਨਾਂ ਦੇ ਪ੍ਰਬੰਧ ਨੂੰ ਉਤਸ਼ਾਹਿਤ ਕਰਨਾ, ਉਪਭੋਗੀਆਂ ਨੂੰ ਵਾਤਾਵਰਨ ਸੰਬੰਧੀ ਜ਼ਿੰਮੇਵਾਰੀ ਮਹਿਸੂਸ ਕਰਵਾਉਣਾ, ਪ੍ਰਦੂਸ਼ਣ ਫੈਲਾਉਣ ਵਿੱਚ ਮਦਦ ਕਰਨਾ, ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨੀ। ਤਾਂ ਰਾਈਟ ਆਨਸਰ ਕੀ ਆਊਗਾ ਸਟੂਡੈਂਟਸ? ਪ੍ਰਦੂਸ਼ਣ ਫੈਲਾਉਣ ਵਿੱਚ ਮਦਦ ਕਰਨਾ। ਨਹੀਂ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਮਾਰਕ ਸਕੀਮ, ਮਤਲਬ ਕਿ ਇਹਨੇ ਕੀ ਪੁੱਛਿਆ? ਇਹ ਨਹੀਂ ਪੁੱਛਿਆ ਹੋਇਆ। ਸਹੀ ਆਪਣਾ ਰਾਈਟ ਆਨਸਰ। ਬਾਕੀ ਸਾਰੇ ਸਹੀ ਨੇ। ਇਹਨਾਂ ਵਿੱਚੋਂ ਗਲਤ ਕਿਹੜਾ ਹੈਗਾ? ਇਹੀ ਗਲਤ ਆ। ਅਤੇ ਇਹਨੇ ਗਲਤ ਹੀ ਪੁੱਛਿਆ ਪ੍ਰਦੂਸ਼ਣ ਫੈਲਾਉਣ ਵਿੱਚ ਮਦਦ ਕਰਨਾ, ਕਿਉਂਕਿ ਇੱਕੋ ਮਾਰਕ ਸਕੀਮ ਪ੍ਰਦੂਸ਼ਣ ਫੈਲਾਉਣ ਵਿੱਚ ਮਦਦ ਨਹੀਂ ਕਰੂਗੀ। ਨੈਕਸਟ, ਵਾਤਾਵਰਨ ਨਾਲ ਸੁਮੇਲ ਰੱਖਦੇ ਉਹ ਉਦਯੋਗ ਜਿਹੜੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦੇ ਉਹਨਾਂ ਨੂੰ ਖਾਲਿਸਤਾਨ ਉਦਯੋਗ ਕਹਿੰਦੇ ਹਨ। ਕੀ ਕਹਿੰਦੇ ਨੇ ਸਟੂਡੈਂਟਸ? ਨੰਬਰ 1 ਪੀਲੇ ਉਦਯੋਗ, ਜਾਂ ਲਾਲ ਉਦਯੋਗ, ਜਾਂ ਕਾਲੇ ਉਦਯੋਗ, ਜਾਂ ਹਰੇ ਉਦਯੋਗ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ? ਇਹਦਾ ਰਾਈਟ ਆਨਸਰ ਆਊਗਾ ਹਰੇ ਉਦਯੋਗ। ਜਿਹੜੇ ਹਰੇ ਉਦਯੋਗ ਨੇ
ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦੇ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਨ ਦਾ ਮੁੱਢਲਾ ਸਰੋਤ ਹੈ? ਤਾਂ ਕਿਹੜਾ ਸਰੋਤ ਹੈ ਮੁੱਢਲਾ? ਸਮੁੰਦਰ, ਹਵਾ, ਇਮਾਰਤ ਜਾਂ ਖਣਿਜ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? ਹਵਾ। ਇਹ ਕੀ ਹੈ? ਵਾਤਾਵਰਨ ਦਾ ਮੁੱਢਲਾ ਸਰੋਤ ਆ ਹਵਾ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਆਪਾਂ 16 ਭਾਰਤੀ ਸੰਵਿਧਾਨ ਵਿੱਚ ਉਹ ਕਿਹੜੀਆਂ ਧਾਰਾਵਾਂ ਜੋੜੀਆਂ ਗਈਆਂ ਹਨ ਜਿਨ੍ਹਾਂ ਦਾ ਉਦੇਸ਼ ਵਾਤਾਵਰਨ ਸੁਰੱਖਿਅਨ ਹੈ? ਦੁਬਾਰੇ ਸੁਣੋ ਸਾਰੇ। ਭਾਰਤ ਸੰਵਿਧਾਨ ਵਿੱਚ ਉਹ ਕਿਹੜੀਆਂ ਧਾਰਾਵਾਂ ਜੋੜੀਆਂ ਗਈਆਂ ਹਨ ਜਿਨ੍ਹਾਂ ਦਾ ਉਦੇਸ਼ ਵਾਤਾਵਰਨ ਸੁਰੱਖਿਅਨ ਹੈ? ਤਾਂ ਇਹਦਾ ਰਾਈਟ ਆਨਸਰ ਦੱਸੋ ਸਾਰੇ। ਧਾਰਾ 5A ਅਤੇ 10A, ਧਾਰਾ 21B ਅਤੇ 27B, ਧਾਰਾ 38A ਅਤੇ 38B, ਧਾਰਾ 41A ਅਤੇ ਧਾਰਾ 51A। ਤਾਂ ਇਸ ਦਾ ਰਾਈਟ ਆਨਸਰ ਕੀ ਆਊ ਸਟੂਡੈਂਟਸ? ਰਾਈਟ ਆਨਸਰ ਧਾਰਾ 41 ਅਤੇ 51A ਇਸ ਦਾ ਰਾਈਟ ਆਨਸਰ ਹੈ। ਨੈਕਸਟ, ਭਾਰਤ ਵਿੱਚ ਕਿਹੜੀ ਵਾਤਾਵਰਣੀ ਸੁਰੱਖਿਆ ਧਾਰਾ ਐਕਟ ਸਭ ਤੋਂ ਪਹਿਲਾਂ ਲਾਗੂ ਕੀਤੀ ਗਈ ਸੀ? ਭਾਰਤ ਵਿੱਚ ਕਿਹੜੀ ਵਾਤਾਵਰਣੀ ਸੁਰੱਖਿਆ ਧਾਰਾ ਐਕਟ ਸਭ ਤੋਂ ਪਹਿਲਾਂ ਲਾਗੂ ਕੀਤੀ ਗਈ ਸੀ? ਪਾਣੀ ਐਕਟ, ਹਵਾ ਐਕਟ, ਵਾਤਾਵਰਣੀ ਐਕਟ ਜਾਂ ਪ੍ਰਦੂਸ਼ਣ ਐਕਟ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? ਰਾਈਟ ਆਨਸਰ ਪਾਣੀ ਐਕਟ। ਨੈਕਸਟ, ਜੰਗਲ ਸਾਂਭ ਸੰਭਾਲ ਐਕਟ ਕਦੋਂ ਲਾਗੂ ਹੋਇਆ? ਦੁਬਾਰੇ ਸੁਣੋ। ਜੰਗਲ ਸਾਂਭ ਸੰਭਾਲ ਐਕਟ ਕਦੋਂ ਲਾਗੂ ਹੋਇਆ? 1986 ਵਿੱਚ, 1974 ਵਿੱਚ, 1980 ਵਿੱਚ ਜਾਂ 1972 ਵਿੱਚ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? 1980 ਵਿੱਚ। ਜੰਗਲੀ ਜੀਵਨ ਸੁਰੱਖਿਆ ਐਕਟ ਕਿਸ ਨਾਲ ਸ਼ੁਰੂ ਕੀਤਾ? ਜੰਗਲੀ ਜੀਵਨ ਸੁਰੱਖਿਆ ਐਕਟ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ? 1986 ਵਿੱਚ, 72 ਵਿੱਚ ਜਾਂ 1994 ਵਿੱਚ ਜਾਂ 1974 ਵਿੱਚ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ? 1972 ਵਿੱਚ। ਨੈਕਸਟ 1872 ਦਾ ਇਜ਼ਮੈਂਟ ਐਕਟ ਕਿਸ ਨਾਲ ਸੰਬੰਧਿਤ ਹੈ? ਸਾਰੇ ਧਿਆਨ ਦਿਓ, ਇੰਪੋਰਟੈਂਟ ਕੁਐਸਚਨ ਹੈ। 1872 ਦਾ ਇਜ਼ਮੈਂਟ ਐਕਟ ਕਿਸ ਨਾਲ ਸੰਬੰਧਿਤ ਹੈ? ਤਾਂ ਇਹਦਾ ਰਾਈਟ ਆਨਸਰ ਕੀ ਆਊਗਾ? ਓਜ਼ੋਨ ਨਾਲ, ਸ਼ੋਰ ਨਾਲ, ਪਾਣੀ ਨਾਲ, ਹਵਾ ਨਾਲ। ਦੱਸੋ ਸਾਰੇ ਸਟੂਡੈਂਟਸ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ? ਪਾਣੀ ਨਾਲ ਸੰਬੰਧਿਤ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ 21 ਕੁਐਸਚਨ। ਵਾਤਾਵਰਨ ਸੁਰੱਖਿਅਨ ਐਕਟ ਕਦੋਂ ਹੋਂਦ ਵਿੱਚ ਆਇਆ? ਧਿਆਨ ਦਿਓ, ਵਾਤਾਵਰਨ ਸੁਰੱਖਿਅਨ ਐਕਟ ਕਦੋਂ ਹੋਂਦ ਵਿੱਚ ਆਇਆ? 1984 ਵਿੱਚ ਆਇਆ, 1986 ਵਿੱਚ ਆਇਆ, 1977 ਵਿੱਚ ਆਇਆ ਜਾਂ 1991 ਵਿੱਚ ਆਇਆ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? 1986 ਵਿੱਚ ਆਇਆ। ਸਾਰੇ ਜਣੇ ਧਿਆਨ ਦਿਓ ਵੀ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹੋਰ ਜ਼ਿਆਦਾ ਮਿੱਤਰਾਂ ਦੀ ਵੀ ਹੈਲਪਫੁਲ ਹੋ ਸਕਦੀ ਹੈ। ਅਤੇ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਏ ਹਾਂ। ਨੈਕਸਟ ਆਪਾਂ ਕੁਐਸਚਨ ਗੱਲ ਕਰਦੇ ਹਾਂ 22 ਦੀ। ਇਸਤਰੀਆਂ ਕੁਲਾਈ ਜੀਵਾਣੂ ਅਤੇ ਡਾਈਟੋਮ ਜੀਵ ਦੀ ਪਾਣੀ ਵਿੱਚ ਮੌਜੂਦਗੀ ਕੀ ਦਰਸਾਉਂਦੀ ਹੈ? ਦੁਬਾਰੇ ਦਿਓ ਤਾਂ ਆਨਸਰ। ਇਸਤਰੀਆਂ ਕੁਲਾਈ ਜੀਵਾਣੂ ਅਤੇ ਡਾਈਟੋਮ ਜੀਵ ਦੀ ਪਾਣੀ ਵਿੱਚ ਮੌਜੂਦਗੀ ਕੀ ਦਰਸਾਉਂਦੀ ਆ? ਸਾਰੇ ਦੱਸੋ ਵੀ ਸਾਰੇ ਕੀ ਦਰਸਾਉਂਦੀ ਆ? ਸੀਵੇਜ ਰਾਹੀਂ ਹੋਏ ਪ੍ਰਦੂਸ਼ਣ ਨੂੰ, ਜਲਵਾਯੂ ਪਰਿਵਰਤਨ ਨੂੰ ਦਰਸਾਉਂਦੀ ਹੈ, ਉਪਜਾਊ ਜ਼ਮੀਨ ਨੂੰ ਦਰਸਾਉਂਦੀ ਹੈ ਜਾਂ ਕਾਰਬਨੀ ਪਦਾਰਥ ਦੀ ਹੋਂਦ ਨੂੰ ਦਰਸਾਉਂਦੀ ਹੈ। ਤਾਂ ਸਾਰੇ ਜਣੇ ਰਾਈਟ ਆਨਸਰ ਦੱਸੋ। ਇਸ ਦਾ ਰਾਈਟ ਆਨਸਰ ਕੀ ਹੋਊਗਾ? ਸੀਵੇਜ ਰਾਹੀਂ ਹੋਏ ਪ੍ਰਦੂਸ਼ਣ ਨੂੰ ਦਰਸਾਉਂਦੀ ਹੈ। ਆਵਾਜ਼ ਦੇ ਪੱਧਰ ਦੀ ਕੀ ਇਕਾਈ ਹੈ? ਸਭ ਤੋਂ ਪਹਿਲਾਂ ਦੱਸੋ ਵੀ ਜਿਹੜੀ ਆਪਾਂ ਆਵਾਜ਼ ਹੈ, ਆਪਣੀ ਆਵਾਜ਼ ਨਿਕਲਦੀ ਹੈ, ਇਹ ਕਿਹਦੇ ਵਿੱਚ ਮਾਪੀ ਜਾਂਦੀ ਆ? ਇਹਦੀ ਇਕਾਈ ਕੀ ਹੈ? ਤਾਂ ਸਾਰੇ ਧਿਆਨ ਦਿਓ। ਫਸਟ ਆਨਸਰ ਹੈ CM, ਨੰਬਰ 2 dB, ਨੰਬਰ 3 GB, ਨੰਬਰ 4 mm। ਦੱਸੋ ਸਾਰੇ। ਇਹਦਾ ਆਊਗਾ ਨੰਬਰ 2 ਆਨਸਰ, ਰਾਈਟ ਆਨਸਰ ਆਊਗਾ dB ਵਿੱਚ। ਆਪਾਂ ਜਿਹੜੀ ਆਵਾਜ਼ ਆਪਣੀ ਇਹਦੀ ਇਕਾਈ ਕੀ ਹੈ? dB ਹੈ। ਠੀਕ ਹੈ ਸਟੂਡੈਂਟਸ। ਨੈਕਸਟ ਆਪਾਂ ਗੱਲ ਕਰਦੇ ਹਾਂ 22 ਦੀ। ਪਹਿਲੀ ਵਾਤਾਵਰਣੀ ਮਿਆਰ ਕਿਹੜੀ ਹੈ ਜਿਸ ਨੇ ISO
14001 ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ। ਪਹਿਲੀ ਵਾਤਾਵਰਣੀ ਮਿਆਰ ਕਿਹੜੀ ਹੈ ਜਿਸ ਨੇ ISO 14001 ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ? ਤਾਂ ਇਹਦਾ ਰਾਈਟ ਆਨਸਰ ਕੀ ਹੋਊਗਾ? ਧਿਆਨ ਦਿਓ ਸਾਰੇ। BS 7750, IOS 2001, ਨੰਬਰ 3 BS 4450, ਨੰਬਰ 4 ISO 2001। ਸਾਰੇ ਧਿਆਨ ਦਿਓ, ਮੋਸਟ ਇੰਪੋਰਟੈਂਟ ਕੁਐਸਚਨ ਆ। ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ? BS 7750। ਯਾਦ ਰੱਖਿਓ ਵੀ ਜਿਹੜੀ ਪਹਿਲੀ ਵਾਰੀ ਮਿਆਰ ਕਿਹੜੀ ਸੀ ਜਿਸ ਨੇ ISO 14001 ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ? ਕੀ ਕੀਤਾ ਸੀ ਇਹਨੇ? 14001 ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਸੀ। ਤਾਂ ਇਸ ਦਾ ਰਾਈਟ ਆਨਸਰ ਕੀ ਆ? BS 7750। ਨੈਕਸਟ ਆਪਾਂ ਗੱਲ ਕਰਦੇ ਹਾਂ, ਵਿਕਸਿਤ ਦੇਸ਼ ਕਿਹੜਾ ਹੁੰਦਾ ਹੈ? ਇਹ ਦੁਬਾਰਾ ਰਿਪੀਟ ਹੋ ਗਿਆ ਸਟੂਡੈਂਟਸ। ਚੱਲ ਆਪਾਂ ਪੜ੍ਹ ਲੈਂਦੇ ਹਾਂ। ਵਿਕਸਿਤ ਦੇਸ਼ ਕਿਹੜਾ ਹੁੰਦਾ ਹੈ? ਉਹ ਦੇਸ਼ ਜੋ ਵਿਕਾਸ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਵੇ, ਉਹ ਦੇਸ਼ ਜੋ ਤਕਨੀਕੀ ਤੌਰ 'ਤੇ ਵਿਕਸਿਤ ਹੈ ਅਤੇ ਜਿਸ ਦੇ ਲੋਕਾਂ ਦੇ ਜੀਵਨ ਦੀ ਸ਼ੈਲੀ ਉੱਚੀ ਹੈ। ਲੋਕਾਂ ਦੀ ਜੀਵਨ ਸ਼ੈਲੀ ਠੀਕ ਠਾਕ ਹੈ, ਠੀਕ ਨਹੀਂ ਹੈ, ਉਪਰੋਕਤ ਵਿੱਚ ਕੋਈ ਨਹੀਂ। ਤਾਂ ਇਸ ਦਾ ਰਾਈਟ ਆਨਸਰ ਤੁਹਾਨੂੰ ਕਰਵਾਇਆ ਸੀ ਪਹਿਲਾਂ ਵੀ, ਜੋ ਕਿ ਤਕਨੀਕੀ ਤੌਰ 'ਤੇ ਲੋਕਾਂ ਦਾ ਜੀਵਨ ਸ਼ੈਲੀ ਉੱਚੀ ਹੋਵੇ, ਆਪਾਂ ਉਸ ਦੇਸ਼ ਨੂੰ ਹੀ ਯਤਨਸ਼ੀਲ ਕਹਿ ਸਕਦੇ ਹਾਂ ਜਾਂ ਵਿਕਾਸਸ਼ੀਲ ਦੇਸ਼ ਕਹਿ ਸਕਦੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ ਡੈਮ ਬਾਰੇ। ਡੈਮ ਦੀ ਉਸਾਰੀ ਦਾ ਕੀ ਨੁਕਸਾਨ ਹੈ? ਧਿਆਨ ਦਿਓ, ਡੈਮ ਦੀ ਉਸਾਰੀ ਦਾ ਕੀ ਨੁਕਸਾਨ ਹੈ? ਇਹ ਆਪਣਾ ਲਾਸਟ ਕੁਐਸਚਨ ਆ। ਸਾਰਿਆਂ ਨੇ ਇਸ ਕੁਐਸਚਨ ਦਾ ਆਨਸਰ ਕਮੈਂਟ ਬਾਕਸ ਵਿੱਚ ਦੱਸਣਾ ਵੀ ਕੀ ਆਊਗਾ। ਆਪਾਂ ਇੱਕ ਵਾਰੀ ਪੜ੍ਹ ਕੇ ਸੁਣਾ ਦਿੰਦੇ ਹਾਂ। ਡੈਮ ਦੀ ਉਸਾਰੀ ਦਾ ਕੀ ਨੁਕਸਾਨ ਹੈ? ਨੰਬਰ 1 ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਨੰਬਰ 2 ਬਿਜਲੀ ਪੈਦਾ ਕੀਤੀ ਜਾਂਦੀ ਹੈ। ਨੰਬਰ 3 ਵਾਟਰ ਪਾਰਕ ਬਣਾਏ ਜਾਂਦੇ ਹਨ। ਨੰਬਰ 4 ਜੈਵਿਕ ਵਿਭਿੰਨਤਾ ਨਸ਼ਟ ਹੋ ਜਾਂਦੀ ਹੈ। ਸਾਰਿਆਂ ਨੇ ਇਸ ਦਾ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਅਤੇ ਇਹਦਾ ਆਪਾਂ ਆਨਸਰ ਅਗਲੀ ਕਲਾਸ ਵਿੱਚ ਦੇਵਾਂਗੇ। ਠੀਕ ਹੈ ਸਟੂਡੈਂਟਸ, ਅਤੇ ਕਰਦੇ ਹਾਂ ਆਪਾਂ ਅੱਜ ਦੀ ਕਲਾਸ ਇੱਥੇ ਹੀ ਖ਼ਤਮ। ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਅਨੁਸਾਰ ਮਿਲਦਾ ਰਹੇ। ਅਤੇ ਸਟੂਡੈਂਟਸ ਆਪਣੀ ਹਰ ਰੋਜ਼ ਕਲਾਸ ਹੁੰਦੀ ਹੈ, ਤੁਸੀਂ ਧਿਆਨ ਦਿਓ। ਆਪਾਂ ਤੁਹਾਨੂੰ EVS ਦਾ ਕੁਐਸਚਨ ਹਰ ਇੱਕ ਕੁਐਸਚਨ ਕੋਸ਼ਿਸ਼ ਕਰਾਂਗੇ ਕਿ ਕਿਤੋਂ ਵੀ ਬਾਹਰ ਨਾ ਜਾਵੇ। ਠੀਕ ਹੈ ਸਟੂਡੈਂਟਸ, ਯਕੀਨ ਰੱਖਿਓ, ਵਧੀਆ ਤਿਆਰੀ ਕਰਵਾਵਾਂਗੇ EVS ਦੀ। ਧੰਨਵਾਦ ਜੀ।